गुरु साहिब जी। आसा महला पंजवा। कर कृपा हर प्रगटी आया। मिल सतगुर तन पूरा पाया। ऐसा हर तन संचिए भाई। पाए न जल जल नहीं डूबे। संग छोड़ कर कतहु ना जाइरा। टोट ना आवे निकुट ना जाए। खाए खर्च मन रहया अगाए। सो सच शाहो जिस घर हर धन संचाना। इस धन ते सब जग वरसाना। तिन हर धन पाया जिस पुरब लिखे कल लहना। जन नानक अंतवार नाम गहना। कीरत प्रभ की गाओ मेरी रसना। अनक बार कर बंधन संतन। उहाँ चरण गोविंद जी के बसना। ज़ारा ज़ूर हाजरा हजूर। सर्ब कला भरपूर समर्थ गुरु। लोक परलोक दे रखियक भगत वशल ज्ञान दे सागर। गुरुआं दे गुरु गुरुआं भगतां भट्टां सिखां दी इलाही बाणी। गुरु जोत रूप दे विच धन धन श्री गुरु ग्रंथ साहिब महाराज जी दी पावन पवित्र गोद हजूरी विच गुरु शब्द दे नाल जुड़ बैठी और जुड़ रही साध संगत जी। असीं सारे ही भागां वाले बड़भागे कर्मां वाले हाँ, जिन्हां ते गुरु साहब ने मेहर दया करके सानू फिर समा दे दिता है। किसी नूं असफल होंदे नूं जां फेल होंदे नूं एक मौका जां समा दुबारा दे दिता जाए। खिडारी नूं एक मौका होर दे दिता जाए। कई बार वो जित जांदा, कई बार वो फतेह हासिल कर लैंदा, मौका मिल जाए। जिवें कोई गेम खेडदा उहदे विच जदों मौका मिलदा तो वह मौका कई बार जित वाल लैके चला जाता है। तो कईयां नूं कई बार मौका नहीं मिलता, वो हार जाते हैं। साडा जीवन साडी जिंदगी जिहड़ी है एक मौका है। रोज़ असीं सरवण करते हैं भी भई प्राप्त मानुख देहरिया गोबिंद मिलन कीए तेरी वरिया। एक मौका मिलिया। देखो निक्के निक्के होंदे सी असीं सारे, वो मौका लंघ गया, हुण नहीं आउणा। हौली हौली होश संभली, जवान होए, ब्याह शादियां होईयां, बच्चे होए, वो भी मौका जिहड़ा चला गया। हुण कोई बुढ़ापे वाल वध रहा है, कोई बुढ़ापे विच है। ये भी एक मौका है, बाणी विच लिखिया ये भी एक मौका है। जे किसी को पहला मौका नहीं मिलिया, पहला सोझी नहीं आई, फरीदा काली धौली
ਸਾਹਿਬ ਸਦਾ ਹੈ ਜੇ ਕੋ ਚਿਤ ਕਰੇ। ਇਹ ਮੌਕਾ ਮਾਲਕ ਨੇ ਸਾਨੂੰ ਬਖਸ਼ ਦਿੱਤਾ। ਚਾਹੇ ਕੋਈ ਬਚਪਨ ਵਿੱਚ ਕਿਸੇ ਨੂੰ ਸੋਝੀ ਆਵੇ, ਚਾਹੇ ਜੋਬਨ ਵਿੱਚ, ਚਾਹੇ ਕਿਸੇ ਵੀ ਉਮਰੇ ਆਵੇ। ਨੌਵੇਂ ਪਾਤਸ਼ਾਹ ਜੀ ਕਹਿੰਦੇ ਅਜਹੋਂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਅਜੇ ਵੀ ਬਚ ਸਕਦੇ, ਅਜੇ ਵੀ ਬਚ ਸਕਦੇ, ਕਿਉਂਕਿ ਤੇਰੇ ਕੋਲ ਅਜੇ ਜੀਵਨ ਹੈ, ਸਵਾਸ ਹੈ, ਅਜੇ ਵੀ ਬਚ ਸਕਦਾ। ਇਸ ਕਰਕੇ ਸਾਡਾ ਜੀਵਨ ਇੱਕ ਮੌਕਾ ਹੀ ਹੈ, ਇੱਕ ਮੌਕਾ ਹੈ। ਸੋ ਇਸ ਮੌਕੇ ਨੂੰ ਅਸੀਂ ਗਵਾਉਣਾ ਨਹੀਂ ਹੈ, ਅਸੀਂ ਸਫਲ ਕਰਨਾ। ਮੌਕੇ ਨੂੰ ਸੰਭਾਲਣਾ ਸੌਖਾ ਵੀ ਨਹੀਂ ਹੁੰਦਾ, ਮੌਕੇ ਨੂੰ ਸਫਲ ਕਰਨਾ ਵੀ ਸੌਖਾ ਨਹੀਂ ਹੁੰਦਾ, ਹੁੰਦਾ ਤੇ ਔਖਾ ਹੈ। ਮਨ ਨੂੰ ਮਾਰ ਕੇ ਸਭ ਕੁਝ ਹੁੰਦਾ ਹੈ। ਧਿਆਨ ਦੇਣਾ, ਅਸੀਂ ਜੇ ਅੰਮ੍ਰਿਤ ਵੇਲੇ ਉੱਠੇ ਹਾਂ ਤੇ ਮਨ ਨੂੰ ਮਾਰ ਕੇ ਹੀ ਉੱਠੇ ਹਾਂ। ਮਨ ਤੇ ਕਹਿੰਦਾ ਸੀ ਹੋਰ ਘੜੀ ਘੰਟਾ ਸੌਂ ਲਈਏ, ਸ਼ਾਇਦ ਹੋਰ ਪੂਰਤੀ ਹੋ ਜਾਏ, ਪਰ ਪੂਰਤੀ ਨਹੀਂ ਹੁੰਦੀ, ਘਾਟਾ ਪੈਂਦਾ। ਸੋ ਇਸ ਲਈ ਜੇ ਸਾਨੂੰ ਸਮਾਂ ਜਾਂ ਮੌਕਾ ਮਿਲਿਆ, ਇਹ ਮਹਾਰਾਜ ਜੀ ਨੇ ਬੜੀ ਮਿਹਰ ਕਿਰਪਾ ਦਇਆ ਕਰਕੇ ਇਹ ਮੌਕਾ ਬਖਸ਼ਿਆ। ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਸਰਦਾਰ ਬਲਦੇਵ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਕੀਤੀ ਹੈ, ਜੋ ਸ਼ਮਾਈ ਦੀ ਸੇਵਾ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਕਰਦੇ ਹਾਂ ਗੁਰੂ ਸਾਹਿਬ ਤੰਦਰੁਸਤੀਆਂ ਬਖਸ਼ਣ, ਨਾਮਦਾਨ ਬਖਸ਼ਣ, ਹਰ ਮੈਦਾਨ ਬਖਸ਼ਣ। ਆਪ ਜੀ ਸਾਰੀ ਸੰਗਤ ਦਾ ਧੰਨਵਾਦ ਹੈ ਜੋ ਸ਼ਮਾਈ ਦੀ ਸੇਵਾ ਦਿੰਦੇ ਹੋ। ਜੋ ਵੀ ਤੁਸੀਂ ਦਿੰਦੇ ਹੋ ਉਹ ਦਾਸ ਲਈ, ਉਹਦੀ ਕੋਈ ਕੀਮਤ ਨਹੀਂ ਹੈ, ਨਾ ਲੱਖਾਂ ਵਿੱਚ ਨਾ ਕਰੋੜਾਂ ਵਿੱਚ। ਕਿਉਂਕਿ ਜਦੋਂ ਭਾਵਨਾ ਨਾਲ ਕੋਈ, ਮੈਂ ਤਾਂ ਇਹ ਕਹਿੰਦਾ ਹੁੰਦਾ, ਜਦੋਂ ਭਾਵਨਾ ਨਾਲ ਕੋਈ ਮਿੱਠਾ ਹੀ ਬੋਲ ਦੇਵੇ ਨਾ, ਅਸੀਸ ਹੀ ਦੇ ਦੇਵੇ, ਉਹਦਾ ਬਸ ਦੇਣਾ ਨਹੀਂ ਦਿੱਤਾ ਜਾ ਸਕਦਾ। ਸੋ ਆਪ ਜੀ ਦਾਸ ਦੀ ਇਹ ਚੀਜ਼ ਜਾਣ ਕੇ ਵੀ ਜ਼ਰੂਰਤ ਹੈ, ਮਾਇਆ ਗੁਜਰਾਨ ਹੈ, ਆਪ ਆਪਣੇ ਆਪ ਸੇਵਾ ਕਰਦੇ ਹੋ। ਸੋ ਗੁਰੂ ਮਹਾਰਾਜ ਜੀ ਖੁਸ਼ੀਆਂ ਬਖਸ਼ਣ। ਕਿਉਂਕਿ ਜ਼ਿਆਦਾ ਨਹੀਂ ਮੈਂ ਇਸ ਵਿਸ਼ੇ ਵਿੱਚ ਬੋਲਣਾ ਚਾਹੁੰਦਾ, ਕਿਉਂਕਿ ਗੁਜਰਾਨ ਹੁੰਦਾ, ਧਨ ਜ਼ਰੂਰਤ ਹੁੰਦੀ ਹੈ ਹਰ ਇੱਕ ਨੂੰ। ਜਿਵੇਂ ਗੁਰੂ ਨੇ ਸਾਨੂੰ ਇਹ ਹੀ ਕਾਰਜ ਬਖਸ਼ਿਆ, ਹੋਰ ਕੋਈ ਕਾਰਜ ਨਹੀਂ ਹੈ। ਇੱਥੋਂ ਹੀ ਗੁਰੂ ਕੋਲੋਂ ਵਸਤੂਆਂ ਪ੍ਰਾਪਤ ਕਰਨੀਆਂ, ਇੱਥੋਂ ਹੀ ਪਰਿਵਾਰ ਬੱਚਿਆਂ ਦਾ ਪਾਲਣ ਪੋਸ਼ਣ, ਇੱਥੋਂ ਹੀ ਜੋ ਵੀ ਖਰਚੇ ਜਿਹੜੇ ਨੇ ਇੱਥੋਂ ਹੀ ਚਲਾਉਣੇ। ਸੋ ਇਸ ਕਰਕੇ ਤੁਸੀਂ ਸਤਿਕਾਰ ਦਿੰਦੇ ਹੋ, ਇਸੇ ਕਰਕੇ ਹੀ ਸਤਸੰਗ ਜੀ ਸਭ ਕੁਝ ਚੱਲਿਆ ਹੋਇਆ। ਕਿਉਂਕਿ ਜ਼ਿੰਦਗੀ ਦੇ ਵਿੱਚ ਆਮਦਨ ਦਾ ਜ਼ਰੀਆ ਬਹੁਤ ਜ਼ਰੂਰੀ ਹੈ। ਚਲੋ ਮੇਰਾ ਥੋੜ੍ਹਾ ਧਿਆਨ ਇੱਧਰ ਚਲਾ ਗਿਆ, ਗੱਲ ਕਰ ਲੈਂਦੇ ਹਾਂ। ਜਿਸ ਦੇ ਜੀਵਨ ਦੇ ਵਿੱਚ ਮਤਲਬ ਹਮੇਸ਼ਾ ਪੇਟ ਦੀ ਭੁੱਖ ਹੀ ਸਤਾਉਂਦੀ ਰਹੇ, ਉਹ ਭਜਨ ਵੀ ਨਹੀਂ ਕਰ ਸਕਦਾ। ਬਾਣੀ ਵਿੱਚ ਲਿਖਿਆ, ਬਾਣੀ ਵਿੱਚ ਲਿਖਿਆ, ਭੁੱਖੇ ਭਗਤ ਨਾ ਕੀਜੈ, ਇਹ ਮਹਲਾ ਆਪਣੀ ਲੀਜੈ। ਸੋ ਜਦੋਂ ਅਸੀਂ ਤ੍ਰਿਪਤ ਹੋਵਾਂਗੇ, ਲੰਗਰ ਪਾਣੀ ਪਹਿਨਣ ਖਾਣ ਨੂੰ ਮਿਲਦਾ ਰਹੇਗਾ ਸਹੀ ਤਰੀਕੇ ਦੇ ਨਾਲ, ਉਦੋਂ ਕੋਈ ਅਸੀਂ ਹੋਰ ਚੀਜ਼ ਸੋਚ ਵੀ ਸਕਦੇ ਹਾਂ। ਦੇਖ, ਜੇ ਕਿਸੇ ਦੀਆਂ ਗ੍ਰਸਤੀ ਦੀਆਂ ਲੋੜਾਂ ਹੀ ਪੂਰੀਆਂ ਨਾ ਹੋਣ, ਪਰ ਲੋੜਾਂ ਉਹਦੀਆਂ ਸੀਮਤ ਹੋਣੀਆਂ ਚਾਹੀਦੀਆਂ, ਇਹ ਵੀ ਗੱਲ ਹੈ। ਉਸ ਦੀਆਂ ਲੋੜਾਂ ਪੂਰੀਆਂ ਨਾ ਹੋਣ, ਉਹ ਰੱਬ ਵੱਲ ਤੁਰ ਨਹੀਂ ਸਕਦਾ। ਅਤੇ ਅਸੀਂ ਸਾਰੇ ਵਡਭਾਗੇ ਹਾਂ, ਸਾਡੇ 'ਤੇ ਬਾਬੇ ਨਾਨਕ ਦੀ ਕਿਰਪਾ, ਸੰਤ ਬਾਬਾ ਪ੍ਰੇਮ ਸਿੰਘ ਮਹਾਰਾਜ ਜੀ ਦੀ ਕਿਰਪਾ, ਸਾਨੂੰ ਸਾਰਿਆਂ ਦੀਆਂ ਲੋੜਾਂ ਰੱਬ ਪੂਰੀਆਂ ਕਰ ਰਹੇ। ਚਾਹੇ ਕੋਈ ਖੇਤੀ ਕਰਦਾ, ਚਾਹੇ ਨੌਕਰੀ ਕਰਦਾ, ਚਾਹੇ ਕੋਈ ਬਾਹਰ ਬੱਚੇ ਬੈਠੇ ਨੇ, ਚਾਹੇ ਕੋਈ ਇੱਥੇ ਮਿਹਨਤ ਕਰਦਾ, ਕਿਸੇ ਨਾ ਕਿਸੇ ਤਰੀਕੇ ਨਾਲ ਰੱਬ ਮੇਰੀ ਤੁਹਾਡੀ ਸਾਰਿਆਂ ਦੀ ਲੋੜ ਪੂਰੀ ਕਰ ਰਿਹਾ ਹੈ। ਸ਼ੁਕਰਾਨਾ ਹੈ। ਸੋ ਧੰਨਵਾਦ ਕਰਦੇ ਹਾਂ। ਆਪ ਜੀ ਸਤਿਕਾਰ ਮਾਣ ਦਿੰਦੇ ਹੋ। ਆਓ ਵਿਚਾਰ ਜੋ ਚੱਲ ਰਿਹਾ ਸੀ ਉਹਦੇ ਵੱਲ ਅੱਗੇ ਵਧੀਏ। ਮੌਕਾ, ਸੋ ਇਹ ਹੈ ਮੌਕਾ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੋਂ ਦੇਖ ਵਿਚਾਰ। ਕਬੀਰ ਜੀ ਵੀ ਕਹਿੰਦੇ ਨੇ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੋਂ ਦੇਖ ਵਿਚਾਰ। ਤੂੰ ਵਿਚਾਰ ਕਰਕੇ ਵੇਖੀ, ਤੈਨੂੰ ਸਮਝ ਲੱਗ ਜਾਏਗੀ ਵੀ ਜੀਵਨ ਕੀ ਹੈ। ਜਿਹੜਾ ਜੀਵਨ ਵਿੱਚ ਵਿਚਾਰ ਕਰਦਾ ਉਹਨੂੰ ਜੀਵਨ ਦੇ ਰਹੱਸ ਦਾ ਪਤਾ ਲੱਗਦਾ। ਜਦੋਂ ਅਸੀਂ ਵਿਚਾਰਾਂ ਕਰਦੇ ਹਾਂ ਨਾ, ਬਹੁਤ ਸਿੱਖਣ ਨੂੰ ਮਿਲਦਾ।
ਇਹ ਨਹੀਂ ਹੈ ਵੀ ਮੈਂ ਕੁਝ ਪੜ੍ਹਿਆ ਤੇ ਤੁਹਾਨੂੰ ਸਿਖਾ ਰਿਹਾ ਹਾਂ, ਨਹੀਂ। ਨਾਲੋਂ ਨਾਲ ਅਸੀਂ ਵਿਚਾਰ ਕਰੀਦੀ, ਨਾਲ ਨਾਲ ਨਵੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲੀ ਜਾਂਦੀਆਂ ਨੇ ਔਰ ਅੰਦਰ ਘਰ ਕਰੀ ਜਾਂਦੀਆਂ ਨੇ, ਰਿਕਾਰਡ ਹੋਈ ਜਾਂਦੀਆਂ ਨੇ। ਸੋ ਜਦੋਂ ਅਸੀਂ ਸ਼ਬਦ ਨੂੰ ਪੜ੍ਹਦੇ ਹਾਂ, ਸਾਨੂੰ ਸ਼ਬਦ ਕੁਝ ਨਾ ਕੁਝ ਸਿਖਾ ਕੇ ਭੇਜਦਾ, ਸਿਖਾਉਂਦਾ ਹੀ ਹੈ। ਔਰ ਸਾਨੂੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਹਾਂ ਵੀ ਸਾਨੂੰ ਜੀਵਨ ਜਿਉਣਾ ਸਿਖਾਉਂਦਾ ਹੈ ਸ਼ਬਦ। ਸ਼ਬਦ ਸਾਨੂੰ ਜੀਵਨ ਜਿਉਣਾ ਸਿਖਾਉਂਦਾ ਹੈ, ਮੌਕੇ ਨੂੰ ਸਾਂਭਣਾ ਸਿਖਾਉਂਦਾ ਹੈ, ਬੋਲਣਾ ਸਿਖਾਉਂਦਾ, ਸਾਨੂੰ ਸੰਸਾਰ ਦੇ ਵਿੱਚ ਚੱਲਣਾ ਸਿਖਾਉਂਦਾ, ਗੁਰੂ ਨਾਲ ਸਾਡੀ ਕਿੱਦਾਂ ਬਣ ਆਵੇ ਇਹ ਵੀ ਸਿਖਾਉਂਦਾ। ਸੰਸਾਰ ਦੇ ਵਿੱਚ ਸਫਲ ਅਸੀਂ ਕਿੱਦਾਂ ਹੋਣਾ, ਕਿਵੇਂ ਰਿਸ਼ਤਿਆਂ ਨੂੰ ਨਿਭਾਉਣਾ ਅਤੇ ਕਿਵੇਂ ਚੱਲਣਾ, ਕਿੱਦਾਂ ਬੈਲੈਂਸ ਰੱਖਣਾ, ਇਹ ਸਾਰਾ ਕੁਝ ਸਾਨੂੰ ਗੁਰੂ ਸਮਝਾਉਂਦਾ ਬਾਣੀ ਰਾਹੀਂ। ਸੋ ਵਿਚਾਰ ਚੱਲ ਰਹੀ ਹੈ ਮੌਕਾ, ਸੋ ਮੌਕਾ ਮਿਲਿਆ ਹੋਇਆ। ਅੰਮ੍ਰਿਤ ਵੇਲਾ ਵੀ ਇੱਕ ਮੌਕਾ ਹੀ ਹੈ, ਇਹ ਵੀ ਇੱਕ ਮੌਕਾ ਹੈ ਅਤੇ ਇਸ ਮੌਕੇ ਨੂੰ ਅਸੀਂ ਸ਼ਬਦ ਦੀ ਵਿਚਾਰ ਰਾਹੀਂ ਸਫਲ ਕਰ ਰਹੇ ਹਾਂ। ਬਾਣੀ ਦੀ ਹੋਰ ਪੰਕਤੀ ਪੜ੍ਹਦੇ ਹਾਂ। ਹਉ ਤਿਨ ਕੈ ਬਲਿਹਾਰ ਨੇ, ਜਿਨੀ ਸੱਚ ਰੱਖਿਆ ਔਰ ਧਾਰ, ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਸੋ ਹਰਿਆ ਭਰਿਆ ਬੰਦਾ ਹੋ ਜਾਂਦਾ ਹੈ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਆਉਂਦੀ ਹੈ, ਕਿਉਂਕਿ ਜਦੋਂ ਵਿਚਾਰ ਆਉਂਦੀ ਹੈ ਉਹਦੇ ਵਿੱਚ ਸਾਡੀਆਂ ਜਿਹੜੀਆਂ ਅੰਦਰਲੀਆਂ ਭਾਵਨਾਵਾਂ ਹੁੰਦੀਆਂ ਨੇ ਸ਼ੰਕੇ ਵਾਲੀਆਂ, ਜਾਂ ਕੋਈ ਕਿਸੇ ਕਿਸਮ ਦਾ ਸਵਾਲ ਹੁੰਦਾ, ਉਹਦੇ ਸਾਰੇ ਜਵਾਬ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਮਿਲ ਜਾਂਦੇ ਹਨ ਅਤੇ ਸਾਡੇ ਅੰਦਰ ਆਸ ਵੱਜ ਜਾਂਦੀ। ਆਸ ਜਦੋਂ ਤੱਕ ਆਸ ਨਹੀਂ ਵੱਜਦੀ ਉਦੋਂ ਤੱਕ ਬੰਦੇ ਦਾ ਜਿਉਣਾ ਵੀ ਜਿਉਣਾ ਨਹੀਂ ਹੁੰਦਾ। ਜਦੋਂ ਆਸ ਵੱਜ ਜਾਂਦੀ ਹੈ ਅਤੇ ਫਿਰ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਮਕਸਦ ਮਿਲ ਜਾਂਦਾ ਹੈ। ਅਤੇ ਦੁਨੀਆ ਜਿਹੜੀ ਹੈ ਉਹ ਬਹੁਤ ਗਿਣਤੀ ਜਿਹੜੀ ਹੈ, ਕੋਈ 1-2% ਹੋਏਗਾ ਜਿਹੜਾ ਆਸ ਨਾਲ ਜੀ ਰਿਹਾ, ਨਹੀਂ ਤਾਂ ਨਿਰਾਸ਼ ਹੀ ਹੈ ਸੰਸਾਰ। ਸੰਸਾਰ ਨਿਰਾਸ਼ ਹੀ ਹੈ। ਜੇ ਅੱਜ ਕਿਸੇ ਚੀਜ਼ ਦੀ ਪੂਰਤੀ ਹੋ ਗਈ ਅਤੇ ਹੋਰ ਕੁਝ ਮਿੰਟਾਂ ਬਾਅਦ ਕੋਈ ਹੋਰ ਆਸ ਜਾਗ ਜਾਣੀ ਹੈ, ਉਹ ਪੂਰੀ ਨਹੀਂ ਹੋਣੀ ਅਤੇ ਉਹਦੇ ਕਰਕੇ ਨਿਰਾਸ਼ ਹੋ ਜਾਣਾ। ਜੇ ਅੱਜ ਪੂਰੀ ਕੀਤੀ, ਕੱਲ੍ਹ ਨੂੰ ਕੋਈ ਅੰਦਰੋਂ ਇੱਦਾਂ ਦੀ ਭਾਵਨਾ ਪੈਦਾ ਹੋ ਜਾਣੀ ਹੈ ਵੀ ਉਹ ਆਸ ਪੂਰੀ ਨਾ ਹੋਈ, ਫਿਰ ਨਿਰਾਸ਼ ਹੋ ਜਾਣਾ। ਅਤੇ ਇੱਥੇ ਜਿਹੜੀ ਨਿਰਾਸ਼ਾ ਹੈ, ਇਸ ਨੂੰ ਹੀ ਸ਼ਬਦ ਦੀ ਵਿਚਾਰ ਦੂਰ ਕਰਦਾ। ਅਤੇ ਪੰਕਤੀ ਅਸੀਂ ਬੜੀ ਵਾਰ ਪੜ੍ਹਦੇ ਹਾਂ ਵੀ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਇੱਥੇ ਆਸਾਂ ਵੱਜਦੀਆਂ ਹਨ, ਇੱਥੇ ਆਸਾਂ ਪੂਰੀਆਂ ਹੁੰਦੀਆਂ ਹਨ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰ। ਸੋ ਆਸ ਕਰਕੇ ਅਸੀਂ ਇੱਥੇ ਆਉਂਦੇ ਹਾਂ, ਆਸ ਕਰਕੇ ਬਹਿੰਦੇ ਹਾਂ ਔਰ ਸਾਡੀ ਆਸ ਪੂਰੀ ਵੀ ਹੁੰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੱਚੀ ਕਹਿ ਰਿਹਾ ਮੈਂ, ਇੱਥੇ ਸਾਡੀ ਆਸ ਪੂਰੀ ਹੁੰਦੀ ਹੈ। ਜਿਹੜੀ ਵੀ ਬੇਨਤੀ ਮਹਾਰਾਜ ਜੀ ਦੇ ਅੱਗੇ ਕਰੀਦੀ ਹੈ, ਹਰ ਇੱਕ ਦੀ ਆਪਣੀ ਆਪਣੀ ਭਾਵਨਾ ਹੈ ਭਾਈ। ਕੋਈ ਕਿੱਦਾਂ ਮਹਾਰਾਜ ਜੀ ਨੂੰ ਗੱਲਬਾਤ ਕਰਦਾ, ਕਿੱਦਾਂ ਆਪਣੀ ਅੰਦਰ ਦੀ ਗੱਲ ਸੁਣਾਉਂਦਾ, ਹਰ ਇੱਕ ਦੇ ਆਪਣੇ ਆਪਣੇ ਅੰਦਰਲੇ ਜੀਵਨ 'ਤੇ ਅੰਦਰਲੀ ਭਾਵਨਾ 'ਤੇ ਡਿਪੈਂਡ ਕਰਦਾ। ਅਤੇ ਉਹ ਜਿਹੜੀ ਗੱਲ ਗੁਰੂ ਸਾਹਿਬ ਬਹੁਤ ਚੰਗੀ ਤਰ੍ਹਾਂ ਸੁਣਦੇ ਨੇ ਅਤੇ ਫਿਰ ਉਹਨੂੰ ਸੁਣ ਕੇ ਉਹਦਾ ਹੱਲ ਕਰ ਦਿੰਦੇ। ਕਿਉਂਕਿ ਬਾਣੀ ਵਿੱਚ ਇਹ ਵੀ ਪੰਕਤੀ ਲਿਖੀ ਹੈ ਨਾ, ਅਬ ਹਮ ਚੱਲੀ ਠਾਕੁਰ ਪਹਿ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇੱਦਾਂ ਦੀ ਜੇ ਬਿਰਤੀ ਭਾਵਨਾ ਬਣ ਗਈ, ਫਿਰ ਗੁਰੂ ਸਾਹਿਬ ਜੀ ਜ਼ਰੂਰ ਫਿਰ ਸਾਡੇ ਜਿਹੜੇ ਕਾਰਜ ਨੇ ਅਚਿੰਤ, ਜਿਹੜੇ ਚੇਤੇ ਵੀ ਨਹੀਂ, ਉਹਨਾਂ ਨੂੰ ਵੀ ਮਹਾਰਾਜ ਜੀ ਸਿੱਧੇ ਕਰ ਦਿੰਦੇ ਨੇ, ਉਹ ਵੀ ਸਹੀ ਕਰ ਦਿੰਦੇ ਨੇ। ਔਰ ਜਿਹੜੀ ਚੀਜ਼ ਨਹੀਂ ਹੋਣੀ ਹੁੰਦੀ, ਔਖੀ ਹੁੰਦੀ ਹੈ, ਉਹਨੂੰ ਮਹਾਰਾਜ ਜੀ ਸੌਖੀ ਕਰ ਦਿੰਦੇ ਨੇ। ਇਹ ਬਿਲਕੁਲ ਸੱਚ ਹੈ। ਔਰ ਜਿਹੜਾ ਵਿਚਾਰ ਕਦੇ ਸੋਚਿਆ ਹੀ ਨਾ ਹੋਵੇ ਵੀ ਇਹ ਸਾਡੇ ਅੰਦਰ ਆ ਸਕਦਾ, ਉਹ ਆ ਜਾਂਦਾ। ਜਿਹੜਾ ਨਫਾ ਕਦੀ ਅਸੀਂ ਸੋਚਿਆ ਨਾ ਹੋਵੇ, ਉਹ ਨਫਾ ਆ ਜਾਂਦਾ ਹੈ। ਕਿਹੜੇ ਪਾਸਿਓਂ ਧਨ ਆਉਣਾ, ਕਿਹੜੇ ਪਾਸਿਓਂ ਕਮਾਈ ਆਉਣੀ ਹੈ, ਕਈ ਵਾਰ ਬੰਦਾ ਬੜਾ ਹੱਥ ਟੈਟ ਹੁੰਦਾ, ਸੋਚਿਆ ਹੀ ਨਹੀਂ ਹੁੰਦਾ, ਮਾਲਕ ਆਪੇ ਦਇਆ ਕਰਕੇ ਭੇਜ ਦਿੰਦਾ। ਇਹ ਸੱਚੀਆਂ ਗੱਲਾਂ ਨੇ, ਤੁਹਾਡੇ ਨਾਲ ਵੀ ਹੁੰਦੀਆਂ ਨੇ, ਮੇਰੇ ਨਾਲ ਵੀ ਹੁੰਦੀਆਂ ਹਨ।
और मालक बड़ा डड है। इस करके महाराज जी दे कोल असी आस रख के आना ते निराशा नू दूर करके लै जाना। सो मौका सानू मिलिया होया, इस मौके नू आओ सफल कर लईए, अपनी जिंदगी नू जी के जाइए, ना कि अपनी जिंदगी नू बोझ अधीन असी बना के रखीए। जिंदगी विच बोझ लाने ने, बोझ मैं पहला भी बेनती की है, मुकत जां बोझ लाने एक शब्द ही कर सकता है, गुरु की बाणी ही कर सकती है, जां गुरु जिद ते मेहर करे वो ही ये बोझ नू ला सकता है। होर ये बोझ लथदे नहीं, बड़े औखे ने। सो आ गुरु अर्जन देव पातशाह जी दे शब्द ज्ञान नू प्राप्त करते हैं गुरु पासों। महाराज जी का फरमान है, लड़ीवार शब्द अज का भी, कर किरपा हर प्रगटी आया, मिल सतगुर धन पूरा पाया। कर किरपा हर प्रगटी आया। 12 माह दे विच एक लाइन आउंदी है, एक पंक्ति आउंदी है, जित घर हर कंत ना प्रगटाई, भट्ठ नगर से ग्राम। जिस घर दे विच इत्थे हिरदे रूपी घर की गल कीती है, बाहरली गल भी कर लीए तां भी घर सुनना ही लगता। जित घर हर कंत ना प्रगटई, भट्ठ नगर से ग्राम। वो शरीर, वो पिंड, वो शहर, वो नगर, महाराज जी कहते वो भट्ठ वांग है, भट्ठी वांग है, जां उजाड़ वांग भी लिखिया बाणी विच। वो किसी काम का नहीं जिस दे अंदर परमात्मा की अजे तक झलक महसूस नहीं हुई, जिस दे अंदर अज तक कदे परमात्मा का वजाया होया वाजा नहीं वजया। हर जीओ गुफा अंदर रख के वाजा पवन वजाया, वजाया वाजा पौन। 9 द्वारे प्रगट किए, 10वां गुप्त रखाया। गुरद्वारे लाए भावनी, एक ना 10वां द्वार दिखाया। सो ये जी ये चीज़ है, प्रगटी आया। सो गुरु साहब जी कहते हैं, जदों मालक मेहर करदा ते अंदर जिहड़ा है गुण प्रगट होने, परमात्मा का प्रगट होना है। बहुत बार सुनिया, गुणां दा अंदर पैदा होना। गुण किहड़े ने? रब्बी गुण। रब्बी गुण किहड़े ने? सहनशीलता, निम्रता, सादगी, सहज, श्रद्धा, भरोसा, वेदना, बिरहा, विराग। तो ये जिहड़ियां चीज़ां ने होर भी बहुत हो सकदियां हन। ये सारियां चीज़ां रब दे विच है। तो ये चीज़ां जदों मनुख दे विच पैदा हो जांदियां ने, समझो भी वो परमात्मा उस मनुख दे अंदर पैदा हो गया, वो परमात्मा नूं मिल चुका है। जब बाणी में इंज भी लिखिया, जिस मिलिए मन होए आनंद, सो सतगुर कही है। देखो एडी वड्डी गल कहती महाराज ने भी जिन्हों मिल के ठंड पैंदी है, जिन्हों मिल के चंगा चंगा लगता है, जिन्हों मिल के खुशी होंदी है, जिहदे कोल बैठो नूं दिल करदा, जिस पास बैठिया सोही है सबना दावे साहो। समझो भी रब अंदर सामने वाले दे भी अपने अंदर भी, जे अपने अंदर भी श्रद्धा भावना पैदा होंदी है, मैं किसी चंगे कोल बैठा या कोई चंगा मेरे कोल बैठे, समझ लेना भी परमात्मा का प्रगट होना शुरू है। सियालों दे विच जदों सूरज चढ़दा है, हल्का हल्का पहला निघ आउंदा है, फिर जदों कड़ाके की धुप्प 12-1 बजे चढ़ती है तो फिर धुप्पे जिहड़ा पसीना आउण लग पैंदा। सियालों विच पहला हौली हौली महसूस हुंदा है, ध्यान देना, जदों सूरज की किरण पैंदी है पहला हौली हौली महसूस हुंदा है भी वो तपश जिहड़ी है आ रही है, वो हौली 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 वधदी जांदी है। सूरज दे विचों निकली किरण उहदा गुण है, ध्यान देना, सूरज विचों निकली किरण सूरज का गुण है।
ਤੇ ਅੰਦਰੋਂ ਨਿਕਲੀ ਸੱਚ ਦੀ ਮਿੱਠੀ ਆਵਾਜ਼ ਵੀ ਜਿਹੜਾ ਇਹ ਰੱਬ ਪ੍ਰਗਟ ਹੋਣ ਦਾ ਗੁਣ ਹੈ। ਜਿਸ ਦੇ ਹਿਰਦੇ ਦੇ ਵਿੱਚੋਂ ਮਿੱਠੀ ਆਵਾਜ਼, ਸ਼ਾਂਤੀ ਵਾਲੀ ਆਵਾਜ਼, ਦੁਨੀਆ ਨੂੰ ਸ਼ਾਂਤ ਕਰਨ ਵਾਲੀ ਆਵਾਜ਼ ਨਿਕਲਦੀ ਹੈ, ਇਹਨੂੰ ਪ੍ਰਮਾਤਮਾ ਦਾ ਪ੍ਰਗਟ ਹੋਣਾ ਕਹਿੰਦੇ ਨੇ। ਇਹ ਵਿਸ਼ਾ ਉਸ ਨੂੰ ਸਮਝ ਆਉਂਦਾ ਜਿਸ ਨੇ ਦਾਖਲਾ ਲਿਆ ਹੋਇਆ। ਜਿਹੜਾ ਗੁਰੂ ਘਰ ਆਉਂਦਾ, ਜਿਹੜਾ ਗੁਰੂ ਦੀ ਯਾਦ ਵਿੱਚ ਬਹਿੰਦਾ, ਉਹਨੂੰ ਸਮਝ ਲੱਗ ਜਾਂਦੀ ਹੈ। ਦੂਜੇ ਨੂੰ ਨਹੀਂ ਸਮਝ ਲੱਗਦੀ। ਜਿਹੜਾ ਇਸ ਵਿਸ਼ੇ ਨਾਲ ਜੁੜਿਆ ਨਹੀਂ ਹੋਇਆ ਉਹਨੂੰ ਸਮਝ ਨਹੀਂ ਲੱਗਦੀ। ਉਹਨੂੰ ਲੱਗਦਾ ਉਹਦੇ ਕਹਿੰਦੇ ਨੇ ਵੀ ਜਿਵੇਂ ਉੱਪਰੋਂ ਹੀ ਲੰਘ ਜਾਂਦੀ ਹੈ ਵਿਚਾਰ, ਉਹਦੇ ਪਕੜ ਵਿੱਚ ਨਹੀਂ ਆਉਂਦੀ, ਉਹਨੂੰ ਸਮਝ ਨਹੀਂ ਲੱਗਦੀ, ਕਿਉਂਕਿ ਉਹਦਾ ਵਿਸ਼ਾ ਨਹੀਂ ਹੁੰਦਾ। ਜਿੰਨੇ ਤੁਸੀਂ ਬੈਠੇ ਹੋ, ਰੋਜ਼ ਬਹਿੰਦੇ ਹੋ, ਤੁਹਾਡਾ ਵਿਸ਼ਾ ਬਣ ਚੁੱਕਾ ਹੈ। ਗੁਰਮਤਿ ਤੁਹਾਡੀ ਜ਼ਿੰਦਗੀ ਦਾ ਵਿਸ਼ਾ ਹੈ। ਅਤੇ ਜਿਹੜਾ ਨਹੀਂ ਬਹਿੰਦਾ ਉਹਦੀ ਯਾਦ ਵਿੱਚ, ਜਿਹੜਾ ਨਹੀਂ ਆਉਂਦਾ, ਉਹਦਾ ਵਿਸ਼ਾ ਨਹੀਂ ਹੈ। ਜਿਸ ਦਾ ਵਿਸ਼ਾ ਹੀ ਨਹੀਂ, ਉਹਨੂੰ ਸਮਝ ਕਿਵੇਂ ਲੱਗੇਗੀ? ਧਿਆਨ ਦੇਣਾ। ਇੱਕ ਬੱਚੇ ਨੂੰ ਸਬਜੈਕਟ ਮਿਲਦੇ ਨੇ, ਕਹਿੰਦੇ 5 ਸਬਜੈਕਟ ਰੱਖ ਲੈ। ਜੇ ਕਿਸੇ ਬੱਚੇ ਨੇ ਹੁਣ ਇਹ ਪੋਲੀਟੀਕਲ ਸਾਇੰਸ ਰੱਖ ਲਈ ਹੈ ਅਤੇ ਉਹ ਕਹੇ ਹੁਣ ਮੈਨੂੰ ਕਮਰਸ ਬਾਰੇ ਪਤਾ ਲੱਗ ਜਾਏ। ਇੱਕ ਨੇ ਮੈਥ ਰੱਖਿਆ ਹੀ ਨਹੀਂ, ਇੱਕ ਨੇ ਮੈਥ ਰੱਖਿਆ, ਉਹ ਕਹੇ ਮੈਨੂੰ ਬਾਇਓਲੋਜੀ ਬਾਰੇ ਪਤਾ ਲੱਗ ਜਾਏ। ਉਹਨੇ ਰੱਖੀ ਨਾ ਹੋਵੇ, ਉਹਦਾ ਵਿਸ਼ਾ ਹੀ ਨਹੀਂ। ਮੈਥ ਵਾਲੇ ਟੀਚਰ ਕੋਲੋਂ ਮੈਥ ਪੜ੍ਹਨ ਜਾਂਦੇ ਨੇ ਬੱਚੇ, ਇੰਗਲਿਸ਼ ਵਾਲੇ ਟੀਚਰ ਕੋਲ ਇੰਗਲਿਸ਼ ਪੜ੍ਹਨ ਜਾਂਦੇ ਨੇ, ਪੰਜਾਬੀ ਵਾਲੇ ਟੀਚਰ ਕੋਲ ਪੰਜਾਬੀ ਪੜ੍ਹਨ ਜਾਂਦੇ ਨੇ। ਅਤੇ ਜਿਸ ਨੇ ਜ਼ਿੰਦਗੀ ਦੇ ਵਿੱਚ ਅਜੇ ਤੱਕ ਕੋਈ ਵਿਸ਼ਾ ਹੀ ਨਹੀਂ ਅਡੋਪਟ ਕੀਤਾ, ਅਤੇ ਉਸ ਨੂੰ ਕਦੀ ਵੀ ਸਮਝ ਨਹੀਂ ਲੱਗਣੀ ਵੀ ਗੁਰਮਤਿ ਕੀ ਹੁੰਦੀ ਹੈ। ਧਿਆਨ ਦੇਣਾ। ਜਿਹੜਾ ਗੁਰੂ ਦੀ ਯਾਦ ਵਿੱਚ ਨਹੀਂ ਬਹਿੰਦਾ ਉੱਠਦਾ, ਉਸ ਨੂੰ ਨਹੀਂ ਕਦੀ ਪਤਾ ਲੱਗੇਗਾ ਵੀ ਗੁਰਮਤਿ ਕੀ ਹੁੰਦੀ ਹੈ। ਉਸ ਨੂੰ ਇੰਝ ਲੱਗੇਗਾ ਵੀ ਇਹ ਜਿਹੜੇ ਰੋਜ਼ ਭਾਈ ਸਾਹਿਬ ਜਾਂ ਜੋ ਵੀ ਹੈ, ਇਹ ਗੱਲਾਂ ਬਾਤਾਂ ਇਹ ਐਵੇਂ ਟਾਈਮ ਪਾਸ ਕਰਦੇ ਨੇ। ਉਹਨਾਂ ਲਈ ਇਹ ਚੀਜ਼ ਇਹ ਹੈ, ਉਹ ਵੀ ਆਪਣੀ ਜਗ੍ਹਾ ਠੀਕ ਨੇ, ਕਿਉਂਕਿ ਉਹਨਾਂ ਦਾ ਵਿਸ਼ਾ ਨਹੀਂ। ਇਸ ਕਰਕੇ ਉਹ ਕਹਿੰਦੇ ਨੇ ਸਾਡਾ ਹੁਣ ਵਿਸ਼ਾ ਬਣ ਚੁੱਕੇ ਆ, ਸਾਨੂੰ ਤਾਂ ਇਹਦੇ ਵਿੱਚੋਂ ਆਨੰਦ ਆਉਂਦਾ। ਧਿਆਨ ਦੇਣਾ। ਅਸੀਂ ਕਦੀ ਦੇਖੋ ਨਸ਼ਾ ਪੀਤਾ ਹੀ ਨਹੀਂ ਜ਼ਿੰਦਗੀ ਵਿੱਚ, ਸ਼ਰਾਬ ਨਹੀਂ ਕਦੀ ਪੀਤੀ, ਸਾਨੂੰ ਕੀ ਪਤਾ ਉਹ ਕੀ ਹੈ। ਪਰ ਜਿਹੜਾ ਪੀਂਦਾ ਹੈ ਉਹਦੇ ਲਈ ਬਹੁਤ ਕੁਛ ਹੈ, ਉਹਦੇ ਲਈ ਉਹ ਚੀਜ਼ ਬਹੁਤ ਕੁਛ ਹੈ, ਉਹਦੇ ਲਈ ਉਹ ਬਹੁਤ ਕੁਛ ਹੈ। ਉਸ ਨੂੰ ਉਹ ਚੀਜ਼ ਮਿਲ ਜਾਏ ਨਾ, ਉਹ ਕਹਿੰਦਾ ਹੁਣ ਕੋਈ ਹੋਰ ਚੀਜ਼ ਮਿਲੇ ਨਾ ਮਿਲੇ, ਬਸ ਇਹ ਚੀਜ਼ ਮਿਲ ਗਈ, ਹੁਣ ਮੈਨੂੰ ਸਭ ਕੁਛ ਮਿਲ ਗਿਆ, ਸਭ ਕੁਛ ਮਿਲ ਗਿਆ। ਐਸਾ ਬੰਦਾ ਜਿਹੜਾ ਹੈ ਨਾ, ਜਿੱਥੇ ਵੀ ਜਾਏਗਾ ਉਹ ਆਪਣੀ ਉਸ ਖੁਰਾਕ ਨੂੰ ਲੱਭੇਗਾ। ਚਾਹੇ ਕਿਸੇ ਵਿਆਹ ਸ਼ਾਦੀ 'ਤੇ ਜਾਵੇ, ਪਾਰਟੀ 'ਤੇ ਜਾਵੇ, ਪਹਿਲਾਂ ਉਸ ਚੀਜ਼ ਨੂੰ ਦੇਖਦਾ, ਨਸ਼ੇ ਨੂੰ ਦੇਖਦਾ, ਕਿਉਂਕਿ ਉਹ ਉਹਦੀ ਜ਼ਿੰਦਗੀ ਦਾ ਅੰਗ ਹੈ, ਉਹਦਾ ਵਿਸ਼ਾ। ਬਾਕੀ ਚੀਜ਼ਾਂ ਉਹਨੇ ਬਾਅਦ ਵਿੱਚ ਦੇਖਣੀਆਂ, ਪਹਿਲਾਂ ਉਸਨੇ ਦੇਖਣਾ ਵੀ ਇੱਥੇ ਉਹ ਪੀਣ ਵਾਲੀ ਚੀਜ਼ ਹੈ। ਅਤੇ ਜਿਹੜੇ ਸਤਸੰਗੀ ਹੁੰਦੇ ਨੇ, ਜਿਹੜੇ ਵਾਹਿਗੁਰੂ ਰੱਬ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਨਸ਼ਾ ਹੁੰਦਾ, ਉਹ ਹੁੰਦਾ ਹੈ ਨਾਮ। ਚਾਹੇ ਉਹਨੂੰ ਕੀਰਤਨ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ ਉਹ ਪ੍ਰਾਪਤ ਕਰਨ, ਚਾਹੇ ਕੋਈ ਢਾਡੀ ਵਾਰਾਂ ਕੋਈ ਸੁਣੇ। ਹਰ ਇੱਕ ਦਾ ਆਪਣਾ ਆਪਣਾ ਸ਼ੌਂਕ ਹੁੰਦਾ, ਭਾਵੇਂ ਕੋਈ ਕਵਿਤਾ ਸੁਣੇ, ਭਾਵੇਂ ਕੋਈ ਆਸਾ ਦੀ ਵਾਰ ਸਵੇਰੇ ਸੁਣੇ, ਭਾਵੇਂ ਕੋਈ ਸੁਖਮਨੀ ਸਾਹਿਬ ਸੁਣੇ। ਅਸੀਂ ਸੁਣਦੇ ਹੀ ਹਾਂ, ਕੋਈ ਸੁਖਮਨੀ ਸਾਹਿਬ ਸੁਣਦਾ ਜਾਂ ਪੜ੍ਹਦਾ, ਕੋਈ ਆਸਾ ਦੀ ਵਾਰ ਸਾਰੀ ਸੁਣ ਲੈਂਦਾ, ਕੋਈ ਕਥਾ ਸੁਣਦਾ ਮੰਜੀ ਸਾਹਿਬ ਤੋਂ, ਕੋਈ ਕੁਝ ਸੁਣਦਾ, ਕੋਈ ਪੰਜ ਬਾਣੀਆਂ ਦਾ ਜਾਪ ਕਰਦਾ। ਸਾਰੇ ਚੰਗੇ ਨੇ। ਮਤਲਬ ਉਹ ਆਪਣੀ ਉਸ ਅੰਦਰਲੀ ਪੂਰਤੀ ਨੂੰ ਪ੍ਰਾਪਤ ਕਰਨ ਦੇ ਲਈ ਨਾਮ, ਬਾਣੀ, ਕੀਰਤਨ ਕਥਾ ਦਾ ਸਹਾਰਾ ਲੈਂਦਾ। ਮਤਲਬ ਉਹਦਾ ਵਿਸ਼ਾ ਪੱਕਾ ਬਣ ਚੁੱਕਾ ਹੈ ਗੁਰਮਤਿ। ਗੁਰਮਤਿ ਦਾ ਮਤਲਬ ਗੁਰੂ ਦੀ ਮੱਤ ਲੈਣੀ, ਗੁਰੂ ਦੀ ਸਿੱਖਿਆ ਲੈਣੀ, ਉਹ ਉਸ ਤੋਂ ਬਗੈਰ ਨਹੀਂ ਰਹਿੰਦਾ। ਇਸ ਕਰਕੇ ਜਦੋਂ ਕੋਈ ਸਾਨੂੰ ਕੋਈ ਰੋਕੇ ਟੋਕੇ ਨਾ ਚੰਗੀ ਚੀਜ਼ ਤੋਂ, ਗੁਰੂ ਘਰੋਂ, ਰੱਬ ਵੱਲੋਂ, ਅਤੇ ਅੱਜ ਜ਼ਮਾਨਾ ਇਸ ਤਰ੍ਹਾਂ ਨਾ ਵੀ ਚੁੱਪ ਕਰਕੇ ਮੂੰਹ ਦੇ ਵਿੱਚ ਅਸੀਂ ਤੇ ਬੈਠ ਜਾਈਏ, ਗੱਲ ਹੀ ਨਾ ਬਾਹਰੋਂ ਕੱਢੀਏ। ਜ਼ਮਾਨਾ ਅੱਜ ਲੌਜਿਕ ਦਾ ਹੈ, ਦਲੀਲ ਦਾ ਹੈ। ਜੇ ਸਾਨੂੰ ਕੋਈ ਇੱਦਾਂ ਦੀ ਗੱਲ ਕਰਦਾ ਹੈ ਨਾ, ਸਾਡੇ 'ਤੇ ਅਟੈਕ ਕਰਦਾ ਕਿ ਤੁਸੀਂ ਨਾਮ ਕਿਉਂ ਜਪਦੇ ਹੋ, ਤੁਸੀਂ ਉੱਠਦੇ ਕਿਉਂ ਹੋ, ਤੁਸੀਂ ਐਂ ਕਿਉਂ ਕਰਦੇ ਹੋ, ਗੁਰਦੁਆਰੇ ਕਿਉਂ ਜਾਂਦੇ ਹੋ, ਅਤੇ ਉਹਦਾ ਜਵਾਬ ਦਲੀਲ ਨਾਲ ਦੇ ਦਿਆ ਕਰੋ। ਮੁੜ ਨਹੀਂ ਉਹ ਸਵਾਲ ਕਰੇਗਾ। ਧਿਆਨ ਦੇਣਾ। ਇੱਕ ਵਾਰ ਤਾਂ ਉਹ ਕਰ ਗਿਆ ਸਵਾਲ,
दूजी वारी नहीं वो सवाल करेगा जे तसल्ली वाला जवाब होवे। जदों असीं चुप ही कर जाना उहदा होर झाका खुल जांदा, होर दूजा सवाल रख दिंदा, तीजा रख दिंदा, चौथा रख दिंदा। ते जदों एक वारी उसनूं बिल्कुल चंगी तरह जवाब दे दिता जाए तो फिर वो अगे तो बहुत सोच समझ के बोलेगा। जे कोई दूसरा बंदा अपनी माड़ी हरकत गलत आदत नहीं छड़ सकता, तो जे कोई गुरु की बाणी जपदा है, पढ़दा सुनदा, कथा कीर्तन करदा है, उन्नू ओह कवे पीए तू छड़ दवे, क्यों भाई? इनू कवे घट कर दे, क्यों भाई? क्यों घट कर दे? क्यों वो हट जाए? तू अपना गलत कर्म नहीं छड़ रहा तो कोई चंगा कर्म क्यों छड़ दे? इस करके मालक ने सानू कहा भी चरण चलो मार्ग गोबिंद, मार्ग ते चलते रहो। दुनिया ने कुछ ना कुछ कहते ही रहना, इस करके अपने मार्ग नूं छड़ना नहीं, चलते रहना। सो गुरु पातशाह जी फरमान करते हैं, कर कृपा हर प्रगटी आया। जो महाराज मेहर करदा अंदर जिहड़े गुण पैदा हो जाते हैं, ध्यान देना, मैं जिवें बेनती की पहला गुण पैदा होंदे ने, फिर गुणां दे विचों परमात्मा प्रगट होंदा है। जां सौखी उदाहरण देवां, बीज बीजदे ना, एक बीज बीजदे आ, वो बीज दे विचों हौली हौली पौधा निकलदा है, तो वह पौधा हौली हौली प्रगट होंदा ना, बीज प्रगट होंदा है। कोई भी असी फसल बीजी दी है, आ पनीरी बीजी दी, हुण पनीरी बीजनी है ना, लाव लाउणी है, वो पहला छट्टा देना, उहदे विचों वो लाव असी लाउणी है, मतलब झोना बीजना जां कुछ भी है। कोई भी बीज जो पहला धरती विच सुट्टी दा, उहदी थोड़ी जी हरियावल पौधा बन के बाहर हुंदा है, ते हौली 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 वो प्रगट होना शुरू हो जाता है। वो छोटे जे बीज तो किन्ने बीज बन जाते हैं। खास करके जो फलों के दरख्त होंगे ना, अंबां के दरख्त देखो तुसी, वड्डे वड्डे, निक्का जिहा बीज ना, छोटा जिहा भोरा जिहा, तो उन्होंने हज़ारां अंब लग गए, गुच्छियां दे गुच्छे लग गए। पर कदों वो बीज महाराज जी कहते हो ना प्रगट होया, कर कृपा हर प्रगटी आया। जदों किसी के अंदर चंगी भावना पैदा होएगी, चंगी अंदरों आवाज़ आएगी, उन्होंने लोग कहते हैं इहदी आवाज़ रब की आवाज़, इदां ही कह देंगे। इस करके अंदरों चंगा गुण जो पैदा होएगा तो समझ लेना भी परम पिता परमात्मा के प्रगट होने का समा आ रहा है। मिल सतगुर धन पूरा पाया। तो फिर महाराज जी कहते गुरु नूं मिलन करके जिहड़ा ना खत्म होने वाला धन है, ये जिहड़ा प्राप्त हो गया उसने पा लिया। ऐसा हर धन संची है भाई, भाहे न जाले जल नहीं डूबे, संग छोड़ कर कतों ना जाए। गुरु अर्जन देव पातशाह जी फरमान करते हैं, इहो जिहा धन सानू इकट्ठा करना चाहिए। मतलब इवें दा बंदे नूं गुणवान होना चाहिए, इदां दे गुण पैदा होने चाहिए ने। लोग आश आश कर उठन, जदों कोई अपने गुण नूं इस्तेमाल करे, अपने गुण नूं दिखाए, तो बंदा कहे भी वाह बई वाह, चाहे कोई किसी भी तरह का गुण है, उस गुण नूं वधिया तरीके नाल वरते, अगला कहे शाबाश तेरे विच बहुत वड्डा गुण है। सो गुरु साहब जी कहते ऐसा हर धन संची है भाई, इदां दा धन इकट्ठा करना चाहिए, इदां दे गुण पैदा करने चाहिए। भाहे न जाले जल नहीं डूबे, संग छोड़ कर कथों ना जाए। वो गुण रूपी धन इदां दा हो जाता है, उसनूं महाराज जी कहते अग नहीं साड़दी। भाहे न जाले जल नहीं डूबे, ना उन्होंने जल डुबा सकता। किसी के अंदरली विद्या, किसी की रूहानीयत नूं अग नहीं जाल सकती। गुरु नानक महाराज जी दे कोल किन्नियां शक्तियां सन कि उन्होंने शरीर के जलन नाल मुक गई, सगा तो होर ज़्यादियां वधियां। ये थोड़ा हुंदा भी किसी कोल गुरु की बख्शिश होवे, जदों उहदा शरीर मतलब जल जाए या दफन कर दिता जाए, उहदी पावर शक्ति या उहदा पैरा खत्म हो जाता। नहीं, उहदी ताकत अगे नालों भी कई गुणा जिहड़ी
ਹੋਰ ਜ਼ਿਆਦਾ ਹੋ ਕੇ ਜਿਹੜੀ ਇਹ ਵਰਤਦੀ ਹੈ, ਹੋਰ ਜ਼ਿਆਦਾ ਪਰ ਉਹਦੇ ਵਿੱਚ ਗੁਣ ਸਹੀ ਹੋਣ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਇੱਦਾਂ ਦੇ ਗੁਣ ਸੰਚੀਏ ਭਾਈ, ਐਸਾ ਹਰ ਧਨ ਸੰਚੀਏ ਭਾਈ। ਇੱਥੇ ਧਨ ਦਾ ਮਤਲਬ ਗੁਣ ਹੀ ਲੈਂਦੇ ਆ ਜਾਂ ਨਾਮ ਲੈਂਦੇ। ਐਸਾ ਧਨ, ਐਸਾ ਨਾਮ, ਐਸੇ ਗੁਣ ਇਕੱਠੇ ਕਰ। ਇੱਦਾਂ ਦੇ ਗੁਣ ਇਕੱਠੇ ਕਰ। ਲੋਕ ਆਪਣੇ ਬੱਚਿਆਂ ਨੂੰ ਉਸਤਾਦਾਂ ਕੋਲ ਪਹਿਲਾਂ ਭੇਜਦੇ ਸੀ, ਅੱਜ ਕੱਲ੍ਹ ਬੱਚੇ ਕੰਮ ਘੱਟ ਸਿੱਖਦੇ ਨੇ। ਉਸਤਾਦ ਲੋਕ ਗੁਣ ਸਿਖਾਉਂਦੇ ਹੁੰਦੇ ਸਨ। ਗੁਣ ਕੱਲਾ ਉਹ ਗੁਣ ਨਹੀਂ ਸਿਖਾਉਂਦੇ ਸਨ ਜਿਹੜਾ ਉਹ ਲੈਣ ਜਾਂਦਾ ਸੀ, ਉਹਨੂੰ ਮਤਲਬ ਨਿਮਰਤਾ ਵੀ ਸਿਖਾਉਂਦੇ ਸਨ, ਸੇਵਾ ਭਾਵਨਾ ਵੀ ਕਰਨੀ ਸਿਖਾਉਂਦੇ ਸਨ, ਉਹਨੂੰ ਬੋਲਣਾ ਵੀ ਸਿਖਾਉਂਦੇ ਸਨ, ਜ਼ਿੰਦਗੀ ਦੀ ਜਾਂਚ ਵੀ ਉਸਤਾਦ ਲੋਕ ਸਿਖਾਉਂਦੇ ਸਨ। ਇਸ ਕਰਕੇ ਇਹ ਗੁਣ ਜਿਹੜੇ ਨੇ, ਮਹਾਰਾਜ ਜੀ ਕਹਿੰਦੇ ਤੇਰਾ ਧਨ ਹੈ ਐਸਾ ਹਰ ਧਨ ਸੰਚੀਏ ਭਾਈ। ਭਾਏ ਨਾ ਜਾਲੇ ਜਲ ਨਹੀਂ ਡੂਬੇ, ਸੰਗ ਛੋੜ ਕਰ ਕਤੋਂ ਨਾ ਜਾਈ। ਤੂੰ ਜਿੱਥੇ ਮਰਜ਼ੀ ਚਲਾ ਜਾਈਂ, ਇਹ ਗੁਣ ਜਿਹੜੇ ਨੇ ਉਹ ਤੇਰੇ ਨਾਲ ਰਹਿਣਗੇ। ਇਹ ਗੁਣ ਤੇਰੇ ਨਾਲ ਰਹਿਣਗੇ। ਜਿੱਥੇ ਮਰਜ਼ੀ ਕੋਈ ਦੇਸ਼ ਤੋਂ ਵਿਦੇਸ਼ ਚਲਾ ਜਾਏ, ਪ੍ਰਦੇਸ਼ ਵੀ ਚਲਾ ਜਾਏ, ਜੇ ਉਹਦੇ ਵਿੱਚ ਗੁਣ, ਉੱਥੇ ਗੁਣ ਕਰਕੇ ਉਸ ਨੂੰ ਕਦਰ ਉਹਦੀ ਕੀਤੀ ਜਾਂਦੀ ਹੈ, ਉਸ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਗੁਣ ਕਰਕੇ। ਧਿਆਨ ਦੇਣਾ, ਜੇ ਸਾਡੇ ਵਿੱਚ ਗੁਣ ਨਾ ਹੋਣ ਨਾ, ਜਿੰਨੇ ਅਸੀਂ ਬੈਠੇ ਹਾਂ, ਜੇ ਸਾਡੇ ਸਾਰਿਆਂ ਦੇ ਵਿੱਚ ਗੁਣ ਹੈ ਤਾਂ ਰੋਟੀ ਪਾਣੀ ਅਸੀਂ ਤਾਂ ਛਕ ਰਹੇ ਹਾਂ। ਜੇ ਬੰਦੇ ਵਿੱਚ ਗੁਣ ਨਾ ਹੋਵੇ ਤਾਂ ਘਰ ਜਿਹੜੇ ਨੇ, ਘਰ ਦੇ ਰੋਟੀ ਤੱਕ ਨਹੀਂ ਦਿੰਦੇ। ਗੁਣ ਨੂੰ ਖਤਮ ਕਰਕੇ ਦੇਖੋ। ਮਿੱਠਾ ਬੋਲਣ ਦਾ ਗੁਣ ਜਿਹੜਾ ਤਿਆਗ ਕੇ ਦੇਖੋ, ਤੇ ਕੋਈ ਲਾਗੇ ਨਹੀਂ, ਲਵੇ ਨਹੀਂ ਲੱਗਦਾ, ਲਾਗੇ ਨਹੀਂ ਆਉਂਦਾ। ਇਹਦਾ ਮਤਲਬ ਹੈ ਗੁਣ ਜਿਹੜੇ ਨੇ ਉਹ ਸਾਂਝ ਪੈਦਾ ਕਰਦੇ ਨੇ। ਬਾਣੀ ਵਿੱਚ ਵੀ ਲਿਖਿਆ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚਲੀਏ। ਬੰਦੇ ਦੇ ਵਿੱਚ ਜਿਹੜਾ ਕੋਈ ਵੀ ਗੁਣ ਹੋਏਗਾ, ਦੂਸਰੇ ਬੰਦੇ ਨੂੰ ਨੇੜੇ ਲਿਆਵੇਗਾ, ਨਜ਼ਦੀਕ ਕਰੇਗਾ, ਮਤਲਬ ਉਹਦੇ ਨਾਲ ਕੋਈ ਨਾ ਕੋਈ ਪ੍ਰੇਮ ਵਾਲਾ ਰਿਸ਼ਤਾ ਪੈਦਾ ਕਰੇਗਾ ਗੁਣ। ਤੇ ਜਿਹਦੇ ਵਿੱਚ ਅਵਗੁਣ ਆ ਗਿਆ, ਉਹ ਮਨੁੱਖ ਦੂਜੇ ਮਨੁੱਖ ਤੋਂ ਦੂਰੀ ਪ੍ਰਾਪਤ ਕਰੇਗਾ। ਜਦੋਂ ਕਿਸੇ ਦੇ ਅੰਦਰ ਅਵਗੁਣ ਪ੍ਰਗਟ ਹੋਇਆ ਨਾ, ਦੂਜਾ ਬੰਦਾ ਉਹਨੂੰ ਛੱਡ ਕੇ ਦੂਰ ਚਲਾ ਜਾਂਦਾ, ਜਾਂ ਚਾਹੁੰਦਾ ਵੀ ਮੈਂ ਇਹਦੇ ਤੋਂ ਦੂਰ ਹੋ ਜਾਵਾਂ ਉਹਦੇ ਅਵਗੁਣ ਨੂੰ ਦੇਖ ਕੇ। ਤੇ ਜਦੋਂ ਗੁਣ ਪੈਦਾ ਹੁੰਦਾ ਤੇ ਬੰਦਾ ਕਹਿੰਦਾ ਇਹਦੇ ਮੈਂ ਲਾਗੇ ਜਾਵਾਂ, ਔਰ ਉਸ ਗੁਣ ਵਾਲੇ ਨੂੰ ਬੰਦਾ ਆਪਣੇ ਲਾਗੇ ਰੱਖਦਾ, ਨਜ਼ਦੀਕ ਰੱਖਦਾ ਗੁਣ ਵਾਲੇ ਨੂੰ। ਸੋ ਗੁਰੂ ਸਾਹਿਬ ਜੀ ਇਹੀ ਦੱਸ ਰਹੇ ਨੇ ਵੀ ਗੁਣ ਜਿਹੜਾ ਇਹ ਗੁਰੂ ਦਾ ਨਾਮ ਹੈ। ਨਾਮ ਗੁਣ ਹੈ, ਗੁਣ ਹੀ ਨਾਮ ਹੈ। ਤੇ ਜਿਸ ਵਿੱਚ ਇਹ ਨਾਮ ਗੁਣ ਹੋਵੇਗਾ, ਪਾਤਸ਼ਾਹ ਜੀ ਕਹਿੰਦੇ ਉਹ ਜਿਹੜੀ ਵੀ ਥਾਂ 'ਤੇ ਜਾਏਗਾ, ਜਿੱਥੇ ਵੀ ਜਾਏਗਾ, ਉਹ ਇਸ ਸੁਗੰਧੀ ਨਾਲ ਉਸ ਥਾਂ ਨੂੰ ਮਹਿਕਾ ਦੇਵੇਗਾ। ਉਹ ਜਿੱਥੇ ਵੀ ਜਾਏਗਾ, ਚਾਹੇ ਦੂਰ ਜਾ ਕੇ ਕਿਸੇ ਦੇ ਕੋਲ ਬੈਠੇ, ਜਦੋਂ ਉਹ ਗੱਲਬਾਤ ਕਰੇਗਾ, ਆਪਣੀ ਗੱਲਬਾਤ ਦੀ ਸੁਗੰਧੀ ਦੇ ਨਾਲ ਉਹਨਾਂ ਨੂੰ ਪ੍ਰਭਾਵਿਤ ਕਰੇਗਾ, ਕਿਉਂਕਿ ਉਹ ਗੁਣ ਉਹਦਾ ਮਰਦਾ ਨਹੀਂ, ਗੁਣ ਉਹਦਾ ਕਿਧਰੇ ਜਾਂਦਾ ਨਹੀਂ। ਜਿਵੇਂ ਵਿਦਿਆ ਨੂੰ ਕੋਈ ਚੁਰਾ ਨਹੀਂ ਸਕਦਾ, ਰੂਹਾਨੀਅਤ ਵੀ ਇੱਕ ਵਿਦਿਆ ਹੈ, ਇਹਨੂੰ ਵੀ ਕੋਈ ਚੁਰਾ ਨਹੀਂ ਸਕਦਾ। ਸੋ ਇਸ ਲਈ ਗੁਣ ਜਿਹੜਾ ਇਹ ਪ੍ਰਗਟ ਹੁੰਦਾ ਹੀ ਹੁੰਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਣ ਧਾਰਨ ਕਰ, ਤੇਰੇ ਗੁਣ ਨੂੰ ਕੋਈ ਸਾੜੇਗਾ ਨਹੀਂ, ਤੇਰੇ ਗੁਣਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ, ਤੇ ਤੇਰੇ ਗੁਣ ਜਿਹੜੇ ਨੇ ਸਦਾ ਹੀ ਇਸੇ ਤਰ੍ਹਾਂ ਰਹਿਣਗੇ। ਤੋਟ ਨਾ ਆਵੇ ਨਖੁੱਟ ਨਾ ਜਾਏ, ਉਹੀ ਗੱਲ ਕੀਤੀ ਹੈ। ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿੱਚ ਕਦੇ ਵੀ ਘਾਟਾ ਨਹੀਂ ਪੈਂਦਾ, ਕਦੇ ਵੀ ਮੁੱਕਦਾ ਨਹੀਂ। ਪਰਮਾਤਮਾ ਨਿਖੁੱਟ ਨਾ ਜਾਏ, ਤੋਟ ਨਾ ਆਵੇ, ਨਿਖੁੱਟ ਨਾ ਜਾਏ। ਉਹਦੇ ਵਿੱਚ ਕਦੇ ਵੀ ਘਾਟਾ ਨਹੀਂ ਪੈਂਦਾ, ਕਦੇ ਵੀ ਮੁੱਕਦਾ ਨਹੀਂ। ਪਰਮਾਤਮਾ ਦਾ ਨਾਮ ਐਸਾ ਧਨ ਹੈ, ਖਾਏ ਖਰਚ ਮਨ ਰਹਿਆ ਅਗਾਏ। ਸੋ ਉਹ ਇਸ ਗੁਣ ਨੂੰ ਆਪ ਵੀ ਧਾਰਨ ਕਰਦਾ ਹੈ, ਉਹ ਨਾਮ ਧਨ ਨੂੰ ਆਪ ਵੀ ਪ੍ਰਾਪਤ ਕਰਦਾ, ਅਤੇ ਹੋਰਾਂ ਨੂੰ ਵੀ ਉਹ ਵੰਡ ਦਿੰਦਾ। ਉਹ ਖਰਚ ਕਰੀ ਜਾਵੇ, ਉਹ ਮੁੱਕਦਾ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧਦੋ ਜਾਏ। ਗੁਣ ਵੰਡਣ ਦੇ ਨਾਲ ਵੱਧਦਾ, ਧਨ ਖਰਚਣ ਦੇ ਨਾਲ ਘਟਦਾ। ਧਿਆਨ ਦੇਣਾ,
ਧਨ ਖਰਚਣ ਦੇ ਨਾਲ ਘਟਦਾ ਹੈ, ਗੁਣ ਨੂੰ ਵੰਡੀਏ ਤੇ ਗੁਣ ਵੱਧਦਾ ਹੈ। ਇਸ ਕਰਕੇ ਗੁਣ ਨੂੰ ਹਮੇਸ਼ਾ ਜਿਹੜਾ ਉਹ ਵਧਾਉਣਾ ਚਾਹੀਦਾ ਔਰ ਉਸ ਨੂੰ ਸ਼ੇਅਰ ਕਰਨਾ ਚਾਹੀਦਾ। ਜੇ ਕਿਸੇ ਕੋਲ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਉਹ ਬਖਸ਼ਿਸ਼ ਨੂੰ ਦੂਜਿਆਂ ਵਿੱਚ ਵੰਡੇ। ਜੇ ਰੱਬ ਨੇ ਕਿਸੇ ਨੂੰ ਕੋਈ ਤਾਕਤ ਦੇ ਦਿੱਤੀ ਹੈ, ਅੰਦਰ ਬਰਕਤ ਦੇ ਦਿੱਤੀ ਹੈ, ਜਾਂ ਕਿਸੇ ਕੋਲ ਕੋਈ ਰਿੱਧੀ ਸਿੱਧੀ ਹੈ, ਜਾਂ ਕਿਸੇ ਦੇ ਕੋਲ ਕੋਈ ਮਹਾਰਾਜ ਦੀ ਬਖਸ਼ਿਸ਼ ਹੈ, ਉਹ ਬਖਸ਼ਿਸ਼ ਦੇ ਨਾਲ ਦੂਸਰੇ ਦਾ ਭਲਾ ਕਰੇ, ਨਾ ਕਿ ਲਾਲਚ ਵਸ ਹੋ ਕੇ ਧਨ ਇਕੱਠਾ ਕਰੇ। ਇਹ ਮਹਾਰਾਜ ਕਹਿੰਦੇ ਨੇ। ਫਿਰ ਉਹ ਗੁਣ ਬਹੁਤ ਵੱਧਦਾ ਹੈ। ਜਦੋਂ ਗੁਣ ਦੇ ਵਿੱਚ ਸਵਾਰਥ ਨਾ ਹੋਵੇ, ਉਹ ਗੁਣ ਅਸਰ ਬੜਾ ਕਰਦਾ। ਜੇ ਗੁਣ ਦੇ ਵਿੱਚ ਸਵਾਰਥ ਜਾਂ ਲਾਲਚ ਹੋਵੇ, ਜਾਂ ਮੈਂ ਤੁਹਾਨੂੰ ਜਿਹੜੀ ਇਹ ਕਥਾ ਸੁਣਾ ਰਿਹਾ ਜਾਂ ਵਿਚਾਰ ਸੁਣਾ ਰਿਹਾ, ਜੇ ਮੇਰੇ ਅੰਦਰ ਲਾਲਚ ਹੈ ਮੈਂ ਇਹ ਕਥਾ ਦੇ ਮੈਨੂੰ ਇੰਨੇ ਪੈਸੇ ਮਿਲਣ, ਫਿਰ ਉਹਦਾ ਕੁਦਰਤੀ ਅਸਰ ਨਹੀਂ ਹੋਣਾ। ਅਤੇ ਜੇ ਮੈਂ ਨਿਸ਼ਕਾਮ ਹੋ ਕੇ ਮੈਨੂੰ ਕੋਈ ਲਾਲਚ ਨਹੀਂ ਹੈ, ਮੈਂ ਸੇਵਾ ਭਾਵਨਾ ਦੇ ਨਾਲ ਸੁਣਾ ਰਿਹਾ, ਉਹਦਾ ਮੈਨੂੰ ਵੀ ਬੜਾ ਫਲ ਮਿਲਣਾ ਅਤੇ ਤੁਹਾਨੂੰ ਵੀ ਮਿਲਣਾ, ਕਿਉਂਕਿ ਇੱਥੇ ਕੋਈ ਕਿਸੇ ਕਿਸਮ ਦੇ ਲਾਲਚ ਅਧੀਨ ਨਹੀਂ। ਅਸੀਂ ਸੇਵਾ ਨੂੰ ਮੁੱਖ ਰੱਖ ਕੇ, ਗੁਰੂ ਦੀ ਬਖਸ਼ੀ ਹੋਈ ਡਿਊਟੀ ਨੂੰ ਮੁੱਖ ਰੱਖ ਕੇ ਇਹ ਚੀਜ਼ ਕਰ ਰਹੇ ਹਾਂ, ਔਰ ਕੋਈ ਮਨ 'ਤੇ ਬੋਝ ਰੱਖ ਕੇ ਨਹੀਂ ਕਰ ਰਹੇ, ਕੋਈ ਚੀਜ਼ ਕਿਸੇ ਚੀਜ਼ ਦੇ ਡਰ ਨਾਲ ਨਹੀਂ ਕਰ ਰਹੇ। ਇਸ ਕਰਕੇ ਫਿਰ ਇਹ ਗੁਣ ਦਾ ਅਸਰ ਬਹੁਤ ਜ਼ਿਆਦਾ ਹੁੰਦਾ, ਇਹ ਗੁਣ ਬਹੁਤ ਫੈਲਦਾ, ਬਹੁਤ ਫੈਲਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਇਹ ਗੁਣ ਨੂੰ ਇਕੱਠਾ ਕਰੀ ਜਾਈ, ਖਰਚੀ ਜਾਈ ਔਰ ਵੰਡੀ ਜਾਈ। ਆਪ ਵੀ ਗੁਣ ਦਾ ਲਾਹਾ ਲਵੀਂ ਅਤੇ ਦੂਸਰੇ ਨੂੰ ਵੀ ਸਿਖਾਈ। ਆਪ ਜੇ ਤੈਨੂੰ ਜ਼ਿੰਦਗੀ ਜਿਉਣ ਦੀ ਜਾਚ ਆਈ ਹੈ ਅਤੇ ਦੂਸਰੇ ਨੂੰ ਵੀ ਜ਼ਿੰਦਗੀ ਜਿਉਣ ਦੀ ਜਾਚ ਸਿਖਾ ਦੇਵੀਂ। ਜੇ ਤੈਨੂੰ ਕੋਈ ਨੁਕਤਾ ਪਤਾ ਹੈ, ਤਕਨੀਕ ਆਉਂਦੀ ਹੈ, ਅਤੇ ਦੂਜੇ ਨੂੰ ਵੀ ਉਹ ਕੰਮ ਸਿਖਾ ਦੇਵੀਂ। ਐਵੇਂ ਨਾ ਇਸ ਸੰਸਾਰ ਤੋਂ ਚਲਾ ਜਾਈਂ। ਜੇ ਕਿਸੇ ਕੋਲ ਬਹੁਤ ਵੱਡਾ ਗੁਣ ਹੈ ਨਾ, ਸੰਸਾਰੀ ਕੋਈ ਗੁਣ, ਕੋਈ ਤਕਨੀਕ ਹੈ, ਅਤੇ ਉਹ ਉਸ ਨੂੰ ਸਿਖਾ ਕੇ ਜਾਵੇ, ਆਪਣੇ ਚੇਲੇ ਬਣਾ ਕੇ ਜਾਵੇ, ਨਹੀਂ ਤਾਂ ਉਹਦੇ ਗੁਣ ਨੇ ਉਹਦੇ ਨਾਲ ਹੀ ਖਤਮ ਹੋ ਜਾਣਾ। ਸੋ ਇਸ ਕਰਕੇ ਗੁਰੂ ਦੀ ਬਾਣੀ ਇੱਕ ਗੁਣ ਹੈ, ਗੁਰੂ ਦੀ ਕਥਾ ਗੁਣ ਹੈ, ਗੁਰੂ ਦੀ ਬਖਸ਼ਿਸ਼ ਇੱਕ ਗੁਣ ਹੈ। ਇਸ ਗੁਣ ਨੂੰ ਆਪ ਵੀ ਧਾਰਨ ਕਰਨਾ ਚਾਹੀਦਾ ਅਤੇ ਵੰਡਣਾ ਵੀ ਚਾਹੀਦਾ। ਮਹਾਰਾਜ ਜੀ ਕਹਿੰਦੇ ਘਟੇਗਾ ਨਹੀਂ, ਗਿਆਨ ਵੰਡਣ ਦੇ ਨਾਲ ਗਿਆਨ ਵੱਧਦਾ ਹੈ। ਧਿਆਨ ਦੇਣਾ, ਅਸੀਂ ਰੋਜ਼ ਸੁਣਦੇ ਹਾਂ ਨਾ ਕਥਾ ਵਿਚਾਰ, ਮੈਨੂੰ ਨਹੀਂ ਲੱਗਿਆ ਵੀ ਗਿਆਨ ਦੀ ਮੇਰੇ 'ਚ ਕਮੀ ਆਈ ਹੈ, ਸਗੋਂ ਹੋਰ ਵੱਧਦਾ ਜਾਂਦਾ। ਨਹੀਂ ਤਾਂ ਇੱਦਾਂ ਹੁੰਦਾ ਨਾ, ਕਿਸੇ ਨੇ ਘੋਟਾ ਲਾਇਆ ਵੀ ਇੰਨਾ ਕੁ ਲਾਇਆ ਅਤੇ ਉਹ ਸੁਣਾ ਦਿੱਤਾ, ਹੁਣ ਕੀ ਕਰੀਏ। ਨਹੀਂ, ਜਦੋਂ ਮੈਂ ਪਹਿਲਾਂ ਬੇਨਤੀ ਕੀਤੀ, ਜਦੋਂ ਬੰਦਾ ਸਵਾਰਥ ਰਹਿਤ ਹੋਏ, ਨਿਰਸਵਾਰਥ ਹੋ ਕੇ ਜਦੋਂ ਗਿਆਨ ਨੂੰ ਵੰਡਦਾ, ਸ਼ੇਅਰ ਕਰਦਾ, ਸੇਵਾ ਭਾਵਨਾ ਦੇ ਨਾਲ, ਉਹ ਗਿਆਨ ਹੋਰ ਵੱਧਦਾ ਜਾਂਦਾ। ਉਹਦੇ ਵਿੱਚ ਬਰਕਤ ਬੜੀ ਆਉਂਦੀ ਹੈ। ਬਰਕਤ ਜਿਵੇਂ ਕੋਈ ਆਪਣੀ ਦਸਾਂ ਨੌਹਾਂ ਦੀ ਕਮਾਈ ਨੂੰ ਸੇਵਾ ਵਿੱਚ ਲਾਉਂਦਾ, ਉਹਦੇ ਵਿੱਚ ਬਰਕਤ ਬਹੁਤ ਆਉਂਦੀ ਹੈ, ਕੁਦਰਤੀ ਹੈ। ਇਸ ਕਰਕੇ ਗੁਰੂ ਸਾਹਿਬ ਬਹੁਤ ਸੋਹਣਾ ਵਿਚਾਰ ਦੇ ਰਹੇ ਨੇ। ਜੋ ਸੱਚ ਸ਼ਾਹ ਜਿਸ ਘਰ ਹਰ ਧਨ ਸੰਚਾਨਾ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ, ਧਨ, ਗੁਣ ਜਮ੍ਹਾਂ ਹੋ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਉਹ ਸ਼ਾਹੂਕਾਰ ਬਣ ਜਾਂਦਾ ਹੈ। ਸ਼ਾਹੂਕਾਰ, ਜਿਹਦੇ ਕੋਲ ਪਰਮਾਤਮਾ ਦੀ ਤਾਕਤ, ਸ਼ਕਤੀ, ਬਰਕਤ, ਨਾਮ ਧਨ ਆ ਜਾਂਦਾ, ਉਹ ਸ਼ਾਹੂਕਾਰ ਬਣ ਜਾਂਦਾ। ਅਤੇ ਸ਼ਾਹੂਕਾਰ ਹਮੇਸ਼ਾ ਲੋਕ ਦੂਜੇ ਨੂੰ ਪੈਸੇ ਧਨ ਵੰਡਦੇ ਨੇ। ਲੋਕ, ਲੋੜਵੰਦ ਲੋਕ ਉਹਨਾਂ ਦੀ ਬੜੀ ਇੱਜ਼ਤ ਕਰਦੇ ਨੇ, ਸ਼ਾਹੂਕਾਰਾਂ ਦੀ, ਸ਼ਾਹ ਜੀ, ਕਿਉਂਕਿ ਉਹਨਾਂ ਦੀ ਗਰਜ ਪੂਰੀ ਹੁੰਦੀ ਹੈ ਨਾ। ਇਸ ਕਰਕੇ ਸ਼ਾਹੂਕਾਰਾਂ ਨੂੰ ਬਹੁਤ ਇੱਜ਼ਤ ਲੋਕ ਦਿੰਦੇ ਨੇ। ਸ਼ਾਹੂਕਾਰ ਘਰ ਆ ਜਾਏ, ਉਹਨੂੰ ਬੜੇ ਪਿਆਰ ਨਾਲ ਭਾਉਂਦੇ ਨੇ। ਅਤੇ ਗੁਰੂ ਸਾਹਿਬ ਜੀ ਕਹਿੰਦੇ ਜਿਹਦੇ ਕੋਲ ਮਹਾਰਾਜ ਜੀ ਦੀ ਬਖਸ਼ਿਸ਼, ਨਾਮ ਧਨ ਹੈ ਨਾ, ਉਹ ਵੀ ਮਹਾਰਾਜ ਦਾ ਸ਼ਾਹੂਕਾਰ ਹੈ, ਉਹ ਵੀ ਸ਼ਾਹ ਹੈ। ਕੱਲ੍ਹ ਪਰਸੋਂ ਵੀ ਇਹ ਅਸੀਂ ਸ਼ਬਦ ਪੜ੍ਹਿਆ ਸੀ ਇਸ ਨਾਲ ਰਲਦਾ। ਉਹ ਮਹਾਰਾਜ ਜੀ ਕਹਿੰਦੇ ਸ਼ਾਹੂਕਾਰ ਬਣ ਜਾਂਦਾ। ਮਤਲਬ ਸਾਫ ਜੀ ਗੱਲ ਕਹਿੰਦੇ ਆ, ਉਸ ਨੂੰ ਕਿਸੇ ਦੁਨੀਆ ਦੇ ਬੰਦੇ ਅੱਗੇ ਹੱਥ ਅੱਡਣਾ ਨਹੀਂ ਪੈਂਦਾ। ਲੋਕ ਉਹਦੇ ਤੋਂ ਆਪਣੀ ਗਰਜ ਪੂਰੀ ਕਰਨ ਦੇ ਲਈ ਆਉਂਦੇ ਨੇ। ਧਿਆਨ ਦੇਣਾ, ਉਹਨੂੰ ਨਹੀਂ ਮਹਾਰਾਜ ਕਿਸੇ ਦੇ ਅੱਗੇ ਹੱਥ ਅੱਡਣ ਦਿੰਦਾ। ਜਿਸ ਨੂੰ ਬਰਕਤ ਬਖਸ਼ ਦਿੰਦੇ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ,
नानक पातशाही पातशाह प्रभु को सिमरे से बेमुहताजे। वो मुहताज नहीं किसी का रहन दिंदा रब उसनूं, सगों ते लोग उस कोल आउणगे। इस करके मुहताजी जिहड़ी है बाणी विच लिखिया ये किसी दी होवे ना। बाणी दे विच बाबा फरीद जी ने ये बाणी उचारण की है, फरीदा बार पराईए बैसना। बार का मतलब साढ़े बार इत्थे लफ्ज घट वरतते ने, असीं कहने दरवाजा भेड़ दे, बूहा भेड़ दे। आम इधर मालवे चले जाओ कहते बार बंद कर दे बार। महाराज जी कहते फरीदा बार पराईए बैसना, मैनू किसी दे दरवाजे ते मंगण लई खड़ा ना करी, मेरे ते मेहर करके बरकत दई मैनू। साईं मुझे ना दे, साईं मैनू मुहताज ना करी किसी का। जिद्दां दा मैं आया तू मैनू पाल रहा, रोटी दे रहा। जिन्नी मेरी जीवन की यात्रा है, जिन्नी भी यात्रा है ना मेरी, उदों तक किसी दा मुहताज ना करी। कहते जे तू इदां दा काम करना तो मेरी जान कढ़ लई। बाबा फरीद जी कहते बार पराईए बैसना, साईं मुझे ना दे। जे तू इवें रख सी, जे तू इदां करना जियो शरीरों ले, मेरी जिंद कढ़ लई। फिर मैनू नहीं मुहताजी चाहिए। हाँ मैं जे करा तो तेरी करा, मैं तेरी करा। सो महाराज जी कहते दुनिया के उस बंदे नूं मुहताजी नहीं रब करन दिंदा जिहड़ा रब नाल जुड़ जांदा। उन्होंने थोड़ा भी मिले ना वो कहंदा बहुत कुछ, ओदी बरकत ही नहीं मुक्कदी। ध्यान देना, कई बार खीसे दे विचों बहुत पैसे होंदे ने, बंदा कहंदा पता ही नहीं किधर गए। तो कई बार ये भी सुनने को मिलता भी मुक्कदे ही नहीं, थोड़े जे सी वो मुक्के ही नहीं, किन्ने दिन नहीं कढ़ गए। मतलब बरकत परमात्मा सबर दे दिंदा, उन्होंने खर्च किद्दां करना है वो जाच सिखा दिंदा, ते जां गलत पासे रब लैके ही नहीं जांदा। ठीक है जी, गलत पासे लगन ही नहीं दिंदा, आप ही बरकत पै गई। तो मन में इदां दा रस पैदा होण ही दिंदा, बंदा गलत पासे उसनूं खर्च करे। तो जो नहीं गलत पासे जाएगा, खर्च नहीं करेगा, तो आप ही बरकत रहेगी। सो इस करके इस धन ते सब जग बरसाना। सो जे किसी के अंदर रब दे गुण पैदा हो जान, रब्बी गुण पैदा हो जान, ये धन पैदा हो जाए, तो इस धन ते सब जग बरसाना। इस धन तो फिर सारे ही लाह लेंदे हन। आ जिहड़ी असीं कथा सुनते हैं यही धन है। मैं भी छक रहा, मैनू भी मिल रहा, तो तुहानूं भी मिल रहा। हो सकता जे तुसीं बहुत प्रेम शरधा नाल सुन लो, मेरे नालों ज़्यादा हाज़री तुहाडी लग जाएगी। ध्यान देना, बड़ी बार तुसीं सुनिया मास्टर का पढ़ाया होया बच्चा कई बार मास्टर नालों भी अगे लंघ जाता, वो प्रिंसीपल लग जाता, तो मास्टर कई बार आम मास्टर ही रहिंदा जां होर वड्डी पोस्ट ते चला जाता। ये जरूरी नहीं भी जिहड़ा वक्ता है वो श्रोते दे नालों अगे है, नहीं। सुनाउण वाला कई बार बहुत पिछे हुंदा ते श्रोता बहुत अगे हुंदा। पर यह भावना ते डिपेंड करता किसी के अंदर भावना किवें दी, कोई सोचदा किवें है गुरु बारे, गुरु के शब्द बारे, जां जिहड़ा शब्द सुणाउंदा उहदे बारे किदां सोचदा, उहदे उत्ते निर्भर करदा। फिर उहदे मुताबक जीवन मिलदा। तिन हर धन पाया जिस पुरब लिखे घल लैन। महाराज जी कहते ये उन्होंने मिलता जिस दे पुरबले कर्मां दे विच ये लिखिया होंदा, जिसने कर्म किए होंदे ने उन्होंने ये चीज़ मिलती है। जन नानक अंतवार नाम गहना। सो परमात्मा का नाम मनुख की जिंद वास्ते ये गहना है। और गहने जड़े ने बहुत कीमती होंदे ने। गहने सानू ये मतलब अंदरों बहुत स्ट्रोंग रखते हैं। गहना मतलब बहुत कीमती वस्तु होंदी है। गहना शब्द लिखिया जिमें असी बाणी में पढ़ते हैं, संत हमारी ओट सताणी, संत हमारा गहना। संत गुरमुख नूं भी कहते हैं, संत गुरु नूं भी कहते हैं, तो संत रब नूं भी कह सकते हैं असी। सो इस करके शब्द भी गहना है, गुरु भी गहना, गुरसिख भी गहना, महापुरख भी गहना। जन नानक अंतवार नाम गहना। तो अखीरले वेले महाराज जी कहते तेरी जिंद वास्ते तेरा सहारा जो औख होंदी है ना, कई बार कहते हैं
ਵੀ ਆਪਣੇ ਕੋਲ ਗਹਿਣੇ ਪਏ ਨੇ, ਇਹਨਾਂ ਨੂੰ ਗਹਿਣੇ ਰੱਖ ਦਿਓ ਜਾਂ ਕਿਸੇ ਨੂੰ ਦੇ ਦਿਓ, ਵੇਚ ਦਿਓ ਅਤੇ ਆਪਣਾ ਮਸਲਾ ਹੱਲ ਕਰ ਲਓ। ਕੰਮ ਆਉਂਦਾ ਨਾ ਗਹਿਣਾ। ਅਤੇ ਜਿਹਦੇ ਕੋਲ ਨਾਮ ਗਹਿਣਾ ਹੋਏਗਾ, ਨਾਮ ਰੂਪੀ ਗਹਿਣਾ ਹੋਏਗਾ, ਅਤੇ ਗੁਰੂ ਸਾਹਿਬ ਜੀ ਕਹਿੰਦੇ ਅੰਤ ਵੇਲੇ ਉਹ ਤੇਰੇ ਕੰਮ ਆਵੇਗਾ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਸਾਹਿਬ ਜੀ ਆਪ ਦਾ ਕੋਟਾਨ ਕੋਟ ਸ਼ੁਕਰਾਨਾ। ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਸਾਡੇ ਔਗਣਾਂ ਵੱਲ ਨਾ ਦੇਖਣਾ, ਸਾਨੂੰ ਖਿਮਾ ਮਾਫ ਕਰਕੇ ਗੁਰਮਤਿ ਦੇ ਰਾਹੇ 'ਤੇ ਚਲਾਈ ਰੱਖਣਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।